सत श्री अकाल जी सारिਆਂ ਨੂੰ ਸੁਪੀਰੀਅਰ ਸਟੱਡੀ ਚੈਨਲ ਆਪ ਸਭ ਨੂੰ ਜੀ ਆਇਆਂ ਆਖਦਾ ਹੈ। ਆਪਣੇ ਇਸ ਚੈਨਲ ਤੇ ਅਸੀਂ ਕਰ ਰਹੇ ਹਾਂ ਪੰਜਾਬੀ ਵਿਸ਼ੇ ਦੀ ਤਿਆਰੀ ਤੇ ਅੱਜ ਸਾਡਾ ਹੈ ਜੀ ਥਿਊਰੀ ਲੈਕਚਰ। ਇਸ ਤੋਂ ਪਹਿਲਾਂ ਅਸੀਂ 67th ਮੌਕ ਟੈਸਟ ਕਰ ਚੁੱਕੇ ਹਾਂ ਤੇ ਬਹੁਤ ਸਾਰੇ ਥਿਊਰੀ ਲੈਕਚਰ ਵੀ ਕਰ ਚੁੱਕੇ ਹਾਂ। ਉਹਨਾਂ ਸਾਰਿਆਂ ਦੇ ਲਿੰਕਸ ਮਿਲਣਗੇ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਜੋ ਵੀ ਮੌਕ ਟੈਸਟ ਆਪਾਂ ਕੀਤੇ ਨੇ ਉਹਨਾਂ ਦੀ ਅਲੱਗ ਤੋਂ ਪਲੇਲਿਸਟ ਬਣ ਚੁੱਕੀ ਹੈ। ਉਸ ਦਾ ਲਿੰਕ ਮਿਲੇਗਾ ਤੁਹਾਨੂੰ ਇਸ ਵੀਡੀਓ ਦੇ ਆਈ ਬਟਨ ਤੋਂ। ਠੀਕ ਹੈ ਜੀ। ਆਪਣੇ ਜਿਹੜੇ ਹੁਣ ਇੱਕ ਦੋ ਮੌਕ ਟੈਸਟ ਜਿਹੜੇ ਲਾਸਟ ਵਾਲੇ ਸੀਗੇ ਉਹਨਾਂ ਦੇ ਵਿੱਚ ਜਿਹੜੇ ਆਪਾਂ ਕੁਐਸਚਨ ਪੁੱਛੇ ਸੀ ਤੁਹਾਡੇ ਤੋਂ ਉਹ ਸ਼ਬਦ ਨਾਲ ਰਿਲੇਟਡ ਸੀ। ਤਾਂ ਬਹੁਤ ਸਾਰੇ ਸਟੂਡੈਂਟਸ ਨੇ ਇਹ ਕਮੈਂਟ ਕੀਤਾ ਕਿ ਉਹਨਾਂ ਨੂੰ ਸ਼ਬਦ ਵਾਲਾ ਜਿਹੜਾ ਟੌਪਿਕ ਹੈ ਉਹ ਚੰਗੀ ਤਰ੍ਹਾਂ ਕਲੀਅਰ ਨਹੀਂ ਹੈ। ਜਿਹੜੇ ਕੁਐਸਚਨ ਮੇਰੇ ਵੱਲੋਂ ਪੁੱਛੇ ਗਏ ਸੀ ਉਸ ਨਾਲ ਸੰਬੰਧਿਤ ਉਹਨਾਂ ਨੂੰ ਕਾਫੀ ਡਾਊਟ ਸੀ ਜਾਂ ਉਹਨਾਂ ਬਾਰੇ ਹਜੇ ਤੱਕ ਉਹਨਾਂ ਨੇ ਪੜ੍ਹਿਆ ਨਹੀਂ ਸੀ। ਠੀਕ ਹੈ, ਇਸ ਲਈ ਜ਼ਰੂਰੀ ਸੀ ਕਿ ਆਪਾਂ ਉਹਨਾਂ ਕੁਐਸਚਨ ਨੂੰ ਕਲੀਅਰ ਕਰਨ ਦੇ ਲਈ, ਕਿਉਂਕਿ ਜੇ ਆਪਾਂ ਉਸੇ ਕਮੈਂਟ ਬਾਕਸ ਦੇ ਵਿੱਚ ਹੀ ਮੈਂ ਤੁਹਾਨੂੰ ਕਲੀਅਰ ਕਰਦੀ ਤਾਂ ਉਹ ਨਹੀਂ ਹੋ ਪਾਉਣਾ ਸੀ। ਇਸ ਤਰ੍ਹਾਂ ਟਾਈਪ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਦੈਟਸ ਵਾਈ ਆਪਾਂ ਅਲੱਗ ਤੋਂ ਇਹਦਾ ਇੱਕ ਲੈਕਚਰ ਬਣਾਤਾ। ਠੀਕ ਹੈ, ਇੱਕ ਲੈਕਚਰ ਵਿੱਚ ਤਾਂ ਇਹ ਸਾਰਾ ਕੁਝ ਕੰਪਲੀਟ ਨਹੀਂ ਹੋਣਾ, ਇਸ ਲਈ 2-3 ਲੈਕਚਰ ਤਾਂ ਇਹਦੇ ਬਣ ਗਏ। ਠੀਕ ਹੈ ਜੀ। ਅਤੇ ਅੱਜ ਦੇ ਲੈਕਚਰ ਦੇ ਵਿੱਚ ਜਿਹੜੇ ਆਪਾਂ ਟੌਪਿਕ ਕਵਰ ਕਰਾਂਗੇ ਉਹ ਤੁਹਾਨੂੰ ਸਕਰੀਨ 'ਤੇ ਦਿਖ ਰਹੇ ਹੋਣਗੇ। ਕਿਹੜੇ ਆਪਾਂ ਪੜ੍ਹਾਂਗੇ ਸ਼ਬਦ ਰਚਨਾ ਅਤੇ ਸ਼ਬਦ ਬਣਤਰ ਬਾਰੇ, ਅਤੇ ਕਿਹੜੇ ਸ਼ਬਦ ਆ ਜਿਹੜੇ ਅੱਜ ਆਪਾਂ ਡਿਸਕਸ ਕਰਾਂਗੇ ਆਲਰੇਡੀ ਤੁਸੀਂ ਦੇਖ ਲਏ ਨੇ। ਠੀਕ ਹੈ, ਬਿਨਾਂ ਕਿਸੇ ਦੇਰ ਤੋਂ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਥਿਊਰੀ ਲੈਕਚਰ। ਅਤੇ ਆਸ ਹੈ ਮੈਨੂੰ ਕਿ ਇਸ ਲੈਕਚਰ ਤੋਂ ਬਾਅਦ ਤੁਹਾਨੂੰ ਮਿਸ਼ਰਤ ਸ਼ਬਦ ਆ, ਚਾਹੇ ਵਿਕਾਰੀ ਹੈ ਚਾਹੇ ਅਵਿਕਾਰੀ ਹੈ, ਕਿਸੇ ਤਰ੍ਹਾਂ ਦੇ ਵੀ ਸ਼ਬਦ ਹੈ ਜਿਹੜੇ ਆਪਾਂ ਅੱਜ ਡਿਸਕਸ ਕਰਾਂਗੇ ਉਹਦੇ ਵਿੱਚ ਤੁਹਾਨੂੰ ਚੂਜ਼ ਕਰਨ ਵਿੱਚ ਕੋਈ ਕਨਫਿਊਜ਼ਨ ਨਹੀਂ ਆਉਣੀ। ਠੀਕ ਹੈ ਜੀ, ਚਲੋ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਹਾਂਜੀ, ਤਾਂ ਪਹਿਲਾ ਕੁਐਸਚਨ ਜਿਹੜਾ ਸਾਡੇ ਦਿਮਾਗ ਦੇ ਵਿੱਚ ਅਰਾਈਜ਼ ਹੁੰਦਾ ਕਿ ਸ਼ਬਦ ਅਸਲ ਦੇ ਵਿੱਚ ਹੈ ਕੀ ਆ। ਕੋਈ ਵੀ ਪਰਿਭਾਸ਼ਾ ਇੰਨੀ ਜ਼ਿਆਦਾ ਢੁਕਵੀਂ ਨਹੀਂ ਹੈਗੀ ਕਿ ਚੰਗੀ ਤਰ੍ਹਾਂ ਇਸ ਨੂੰ ਆਪਣੇ ਸ਼ਬਦਾਂ ਦੇ ਵਿੱਚ ਸਮੇਟ ਸਕੇ ਕਿ ਸ਼ਬਦ ਅਸੀਂ ਕਿਸ ਨੂੰ ਕਹਿ ਸਕਦੇ ਹਾਂ। ਠੀਕ ਹੈ, ਪਰ ਜਿਹੜੀ ਪਰਿਭਾਸ਼ਾ ਜ਼ਿਆਦਾਤਰ ਪ੍ਰਚਲਿਤ ਹੈ ਆਪਾਂ ਉਹ ਪਰਿਭਾਸ਼ਾ ਲਈ ਹੈ। ਪਹਿਲਾਂ ਦੇਖ ਲਈਏ ਕੀ ਹੈ ਇਹ ਪਰਿਭਾਸ਼ਾ। ਕਿਸੇ ਬੋਲ ਜਾਂ ਵਾਕ ਦਾ ਉਹ ਲਘੂਤਮ ਅੰਸ਼ ਜਿਸ ਨੂੰ ਇਕੱਲਿਆਂ ਕਿਸੇ ਵਾਕ ਜਾਂ ਬੋਲ ਦੀ ਥਾਂ ਵਰਤਿਆ ਜਾ ਸਕੇ। ਠੀਕ ਹੈ, ਜੇ ਇਹਨੂੰ ਆਪਾਂ ਹੁਣ ਤੋੜ ਕੇ ਪੜ੍ਹੀਏ, ਕਿਸੇ ਬੋਲ ਜਾਂ ਵਾਕ ਦਾ ਉਹ ਲਘੂਤਮ ਅੰਸ਼, ਆਹ ਵਾਲੀ ਚੀਜ਼ 'ਤੇ ਫੋਕਸ ਕਰ ਲਈਏ ਆਪਾਂ। ਲਘੂਤਮ ਮਤਲਬ ਬਿਲਕੁਲ ਛੋਟਾ ਅੰਸ਼ ਮਤਲਬ ਭਾਗ ਜਿਸ ਨੂੰ ਇਕੱਲਿਆਂ ਕਿਸੇ ਵਾਕ ਜਾਂ ਬੋਲ ਦੀ ਥਾਂ ਵਰਤਿਆ ਜਾ ਸਕੇ। ਠੀਕ ਹੈ, ਸਾਰੀ ਗੱਲ ਇਹਨਾਂ ਸ਼ਬਦਾਂ ਦੇ ਵਿੱਚ ਲੁਕੀ ਪਈ ਹੈ ਕਿ ਹੁਣ ਦੇਖੋ ਜੇ ਆਪਾਂ ਪੜ੍ਹੀਏ ਜਿਸ ਨੂੰ ਇਕੱਲਿਆਂ ਕਿਸੇ ਵਾਕ ਜਾਂ ਬੋਲ ਦੀ ਥਾਂ ਵਰਤਿਆ ਜਾ ਸਕੇ, ਤਾਂ ਇਹ ਸਾਰੇ ਅਲੱਗ-ਅਲੱਗ ਸ਼ਬਦ ਨੇ। ਠੀਕ ਹੈ, ਇਹਨਾਂ ਦੀ ਅਲੱਗ ਆਇਡੈਂਟੀਟੀ ਆ, ਆਪਣੀ ਇਹਨਾਂ ਦੀ ਪਹਿਚਾਣ। ਤਾਂ ਸਭ ਤੋਂ ਛੋਟੀ ਜਿਹੜੀ ਸੁਤੰਤਰ ਇਕਾਈ ਆ, ਸੁਤੰਤਰ ਅਤੇ ਸਾਰਥਕ ਇਕਾਈ ਆ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਸ਼ਬਦ ਕਹਿੰਦੇ ਹਾਂ। ਠੀਕ ਹੈ, ਅਸਲ ਦੇ ਵਿੱਚ ਆਪਾਂ ਮੰਨਦੇ ਹਾਂ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਧੁਨੀ। ਠੀਕ ਹੈ, ਹੁਣ ਇੱਥੇ ਕਨਫਿਊਜ਼ ਨਹੀਂ ਹੋ ਜਾਣਾ ਸ਼ਬਦ ਅਤੇ ਧੁਨੀ ਦੇ ਵਿੱਚ ਕੀ ਫਰਕ ਆ। ਧੁਨੀ ਦੇ ਵਿੱਚ ਕਿਸੇ ਤਰ੍ਹਾਂ ਦੀ ਆਵਾਜ਼ ਵੀ ਹੋ ਸਕਦੀ ਆ, ਪਰ ਸ਼ਬਦ ਅਸਲ ਦੇ ਵਿੱਚ ਧੁਨੀਆਂ ਦਾ ਸੁਮੇਲ ਹੁੰਦਾ ਜਿਸ ਦਾ ਕੋਈ ਅਰਥ ਨਿਕਲਦਾ। ਠੀਕ ਹੈ ਜੀ। ਤਾਂ ਹੁਣ ਅੱਗੇ ਜਿਹੜੀ ਕਨਫਿਊਜ਼ਨ ਕ੍ਰੀਏਟ ਕਰਦੀ ਹੈ ਸਾਡੇ ਦਿਮਾਗ ਦੇ ਵਿੱਚ ਗੱਲ, ਉਹ ਹੈ ਕਿ ਜੋ ਦੀ ਹੈ ਜਾਂ ਨੂੰ ਹੈ, ਨੇ, ਇਹ ਸਾਰੇ ਕੀ ਨੇ? ਕੀ ਇਹ ਵੀ ਸ਼ਬਦ ਨੇ? ਹਾਂਜੀ, ਇਹ ਵੀ ਸ਼ਬਦ ਨੇ, ਪਰ ਇਹਨਾਂ ਨੂੰ ਅਸੀਂ ਵਾਕ ਜਾਂ ਬੋਲ ਨਹੀਂ ਕਹਿ ਸਕਦੇ। ਠੀਕ ਹੈ, ਹੁਣ ਜਿਹੜਾ ਨੇ ਆ ਜਾਂ ਨੂੰ ਆ ਜਾਂ ਦੀ ਹੈ, ਭਾਵੇਂ ਇਹ ਸ਼ਬਦ ਨੇ ਪਰ ਇਹ ਆਪਣੇ ਆਪ ਦੇ ਵਿੱਚ ਇਹਨਾਂ ਦਾ ਕੋਈ ਵੀ ਮੁੱਲ ਨਹੀਂ ਹੈਗਾ। ਪਰ ਇੱਥੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸ਼ਬਦ ਨਹੀਂ ਹੈਗੇ। ਠੀਕ ਹੈ, ਯਾਨੀ ਕਿ ਸਾਨੂੰ ਕਿਸੇ ਸ਼ਬਦ ਨੂੰ ਪੜ੍ਹਨ ਤੋਂ ਬਾਅਦ ਜੇ ਕੋਈ ਚੀਜ਼ ਕਲੀਅਰ ਹੁੰਦੀ ਹੈ ਕਿ ਇਸ ਦਾ ਮਤਲਬ ਇਹ ਹੈ ਤਾਂ ਉਹ ਸ਼ਬਦ ਆ। ਠੀਕ ਹੈ, ਜਿਸ ਤਰ੍ਹਾਂ ਆਪਾਂ ਇਹਨੂੰ ਪੜ੍ਹੀਏ ਬੋਲ ਪਤਾ ਕੀ ਹੈ ਸਾਨੂੰ, ਵਾਕ ਪਤਾ ਕੀ ਹੈ, ਦਾ ਪਤਾ ਕੀ ਹੈ, ਜਾਂ ਪਤਾ ਕੀ ਹੈ, ਤਾਂ ਇਹ ਸਾਰੇ ਕੀ ਹੈ? ਸ਼ਬਦ ਆ। ਠੀਕ ਹੈ, ਤਾਂ ਮੇਨ ਜੀ ਗੱਲ ਕੀ ਹੈ? ਲਘੂਤਮ ਅੰਸ਼, ਛੋਟੇ ਤੋਂ ਛੋਟਾ ਅੰਸ਼ ਕਿਸੇ ਵਾਕ ਦਾ ਜਾਂ ਕਿਸੇ ਬੋਲ ਦਾ, ਉਹ ਸਾਨੂੰ ਸ਼ਬਦ ਦੇ ਰੂਪ ਦੇ ਵਿੱਚ ਪ੍ਰਾਪਤ ਹੁੰਦਾ। ਠੀਕ ਹੈ ਜੀ। ਵੈਸੇ ਇੰਨੀ ਉਲਝਣ ਵਾਲੀ ਇਹ 'ਚ ਕੋਈ ਗੱਲ ਹੈ ਨਹੀਂ ਗੀ ਕਿ ਸ਼ਬਦ ਅਸਲ ਦੇ ਵਿੱਚ ਹੁੰਦਾ ਕੀ ਆ।
ਸਾਰਥਕ ਧੁਨੀਆਂ ਦਾ ਸਮੂਹ ਸ਼ਬਦ ਆ। ਗੱਲ ਨਿਬੜ ਗਈ। ਠੀਕ ਹੈ ਜੀ। ਅੱਗੇ ਭਾਸ਼ਾ ਦੀਆਂ ਵਿਆਕਰਨਿਕ ਇਕਾਈਆਂ ਵਿੱਚੋਂ ਸ਼ਬਦ ਸਭ ਤੋਂ ਪ੍ਰਮੁੱਖ ਇਕਾਈ ਹੈ। ਹੁਣ ਇਹ ਕੁਐਸਚਨ ਸਭ ਤੋਂ ਇੰਪੋਰਟੈਂਟ ਹੈ ਕਿ ਵਿਆਕਰਨਿਕ ਇਕਾਈਆਂ ਜਿੰਨੀਆਂ ਵੀ ਨੇ ਉਹਨਾਂ ਵਿੱਚੋਂ ਸ਼ਬਦ ਨੂੰ ਹੀ ਪ੍ਰਮੁੱਖ ਕਿਉਂ ਮੰਨਿਆ ਗਿਆ, ਵਾਕ ਨੂੰ ਕਿਉਂ ਨਹੀਂ ਮੰਨਿਆ ਗਿਆ, ਵਾਕੰਸ਼ ਨੂੰ ਕਿਉਂ ਨਹੀਂ ਮੰਨਿਆ ਗਿਆ, ਉਪਵਾਕ ਨੂੰ ਕਿਉਂ ਨਹੀਂ ਮੰਨਿਆ ਗਿਆ। ਠੀਕ ਹੈ, ਤਾਂ ਹੁਣ ਇਸ ਦਾ ਰੀਜ਼ਨ ਕੀ ਹੈ ਕਿ ਤੁਸੀਂ ਚਾਹੇ ਵਾਕੰਸ਼ ਲੈ ਲਓ, ਠੀਕ ਹੈ, ਚਾਹੇ ਤੁਸੀਂ ਉਪਵਾਕ ਲੈ ਲਓ, ਚਾਹੇ ਤੁਸੀਂ ਵਾਕ ਲੈ ਲਓ, ਇਹ ਸਾਰੇ ਅਸਲ ਦੇ ਵਿੱਚ ਕਿਸ ਤੋਂ ਬਣਦੇ ਨੇ? ਇਹ ਬਣਦੇ ਨੇ ਸ਼ਬਦ ਤੋਂ। ਠੀਕ ਹੈ, ਇਹ ਚੀਜ਼ ਦਿਮਾਗ ਦੇ ਵਿੱਚ ਰੱਖਣੀ ਹੈ ਕਿ ਦੂਸਰੀਆਂ ਸਾਰੀਆਂ ਵਿਆਕਰਨਿਕ ਇਕਾਈਆਂ ਕਿਸ ਤੋਂ ਬਣਦੀਆਂ ਨੇ? ਸ਼ਬਦ ਤੋਂ ਬਣਦੀਆਂ ਨੇ। ਅਸਲ ਦੇ ਵਿੱਚ ਵਾਕੰਸ਼ ਵੀ ਇੱਕ ਸ਼ਬਦ ਸਮੂਹ ਆ, ਉਪਵਾਕ ਵੀ ਇੱਕ ਸ਼ਬਦ ਸਮੂਹ ਆ, ਤੇ ਵਾਕ ਵਿੱਚ ਵੀ ਸ਼ਬਦ ਸਮੂਹ ਪਾਏ ਜਾਂਦੇ ਆ। ਇਸ ਕਰਕੇ ਹੀ ਆਪਾਂ ਭਾਸ਼ਾ ਦੀਆਂ ਸਾਰੀਆਂ ਵਿਆਕਰਨਿਕ ਇਕਾਈਆਂ ਦੇ ਵਿੱਚੋਂ ਸ਼ਬਦ ਨੂੰ ਪ੍ਰਮੁੱਖ ਮੰਨਦੇ ਹਾਂ। ਗॉट ਇਟ? ਸਮਝ ਆ ਗਿਆ ਤੁਹਾਨੂੰ? ਠੀਕ ਹੈ ਜੀ। ਅੱਗੇ ਦੇਖੋ, ਪਤੰਜਲੀ ਨੇ ਵਿਆਕਰਨ ਨੂੰ ਸ਼ਬਦ ਸ਼ਾਸਤਰ ਕਿਹਾ ਹੈ। ਹੁਣ ਸ਼ਬਦ ਦੀ ਇੰਨੀ ਜ਼ਿਆਦਾ ਇੰਪੋਰਟੈਂਸ ਹੈ ਵਿਆਕਰਨ ਦੇ ਵਿੱਚ, ਇੰਨੀ ਛੋਟੀ ਤੇ ਸੁਤੰਤਰ ਇਕਾਈ ਹੈ ਇਹ, ਕਿ ਜੋ ਸਾਡੇ ਪੁਰਾਤਨ ਵਿਆਕਰਨਕਾਰ ਨੇ ਉਹਨਾਂ ਨੇ ਕੀ ਕਿਹਾ ਕਿ ਸ਼ਬਦ ਸ਼ਾਸਤਰ ਅਸਲ ਦੇ ਵਿੱਚ ਵਿਆਕਰਨ ਹੈ। ਵਿਆਕਰਨ ਦਾ ਦੂਸਰਾ ਨਾਮ ਸ਼ਬਦ ਸ਼ਾਸਤਰ ਹੈ। ਠੀਕ ਹੈ ਜੀ। ਤਾਂ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਪਤੰਜਲੀ ਨੇ ਸ਼ਬਦ ਸ਼ਾਸਤਰ ਜਿਹੜਾ ਸ਼ਬਦ ਹੈ ਉਸ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਕਿਉਂ ਦਿੱਤੀ ਸੀ। ਕਲੀਅਰ? ਕਿਉਂਕਿ ਸਾਰੀ ਵਿਆਕਰਨ ਬੇਸ ਕਿਸ ਤੇ ਹੈ? ਸ਼ਬਦ ਤੇ ਹੈ। ਅਗਲਾ ਸਾਡਾ ਹੈ ਕੁਐਸਚਨ, ਪੁਰਾਤਨ ਵਿਆਕਰਨ ਅਨੁਸਾਰ ਭਾਸ਼ਾ ਦੀ ਛੋਟੀ ਤੇ ਸਾਰਥਿਕ ਇਕਾਈ ਸ਼ਬਦ ਹੈ। ਇਹ ਤੇ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਆਪਾਂ ਆਲਰੇਡੀ ਇਹ ਡਿਸਕਸ ਕਰ ਲਿਆ ਪਤੰਜਲੀ ਦੇ ਰਾਹੀਂ। ਠੀਕ ਹੈ। ਅਗਲਾ ਜੀ, ਸ਼ਬਦ ਨੂੰ ਮੁਕਤਾਂਗ ਵੀ ਆਖਿਆ ਜਾਂਦਾ ਹੈ। ਇਹ ਆਪਾਂ ਕੁਐਸਚਨ ਕਰਿਆ ਸੀ ਮੌਕ ਟੈਸਟ ਦੇ ਵਿੱਚ, ਜਿਸ ਦੀ ਕਿ ਸਟੂਡੈਂਟਸ ਨੂੰ ਸਮਝ ਨਹੀਂ ਆਈ ਸੀ। ਹੁਣ ਇਸ ਨੂੰ ਮੁਕਤਾਂਗ ਕਿਉਂ ਕਿਹਾ ਜਾਂਦਾ ਹੈ? ਮੁਕਤਾਂਗ ਨੂੰ ਤੁਸੀਂ ਪੜ੍ਹੋਗੇ ਤਾਂ ਅਸਲ ਦੇ ਵਿੱਚ ਇਹ ਹੈ ਕੀ ਹੈ? ਮੁਕਤ ਪਲੱਸ ਅੰਗ। ਠੀਕ ਹੈ, ਦੋਨਾਂ ਦੇ ਸੁਮੇਲ ਤੋਂ ਬਣਦਾ ਹੈ ਮੁਕਤਾਂਗ। ਤਾਂ ਸ਼ਬਦ ਨੂੰ ਮੁਕਤਾਂਗ ਕਿਉਂ ਕਿਹਾ ਗਿਆ? ਕਿਉਂਕਿ ਇਸ ਦੀ ਆਪਣੀ ਅਲੱਗ ਹੋਂਦ ਆ। ਠੀਕ ਹੈ, ਵਾਕ ਦੇ ਵਿੱਚ ਜਦੋਂ ਤੁਸੀਂ ਸ਼ਬਦ ਪੜ੍ਹਦੇ ਹੋ, ਰਾਮ ਨੇ ਪਾਣੀ ਪੀਤਾ, ਤਾਂ ਇਸ ਦੇ ਵਿੱਚ ਜਿੰਨੇ ਵੀ ਸ਼ਬਦ ਸਮੂਹ ਆ ਸਾਰਿਆਂ ਦੀ ਆਪਣੀ ਆਪਣੀ ਆਇਡੈਂਟੀਟੀ ਆ। ਠੀਕ ਹੈ ਜੀ, ਤਾਂ ਕਰਕੇ ਸ਼ਬਦ ਨੂੰ ਮੁਕਤਾਂਗ ਆਖਿਆ ਜਾਂਦਾ ਹੈ। ਅਗਲਾ ਸਾਡਾ ਪੁਆਇੰਟ ਹੈ ਕੋਸ਼ਗਤ ਸ਼ਬਦ। ਠੀਕ ਹੈ, ਇਹ ਵੀ ਆਪਾਂ ਮੌਕ ਟੈਸਟ ਦੇ ਵਿੱਚ ਕੀਤਾ ਸੀ। ਲੈਕਸੀਕਲ ਕਹਿੰਦੇ ਨੇ ਜਿਸ ਨੂੰ ਅੰਗਰੇਜ਼ੀ ਦੇ ਵਿੱਚ। ਸ਼ਬਦਾਂ ਦੇ ਜਿਨ੍ਹਾਂ ਰੂਪਾਂ ਨੂੰ ਕੋਸ਼ ਵਿੱਚ ਦਰਜ ਕਰਨ ਲਈ ਮੁੱਢਲੀ ਇਕਾਈ ਵਜੋਂ ਲਿਆ ਜਾਂਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਕੋਸ਼ਗਤ ਸ਼ਬਦ। ਹੁਣ ਕੋਸ਼ ਕੀ ਹੁੰਦੇ ਨੇ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਆਈ ਥਿੰਕ ਸਾਰਿਆਂ ਨੂੰ ਪਤਾ ਹੀ ਹੋਊ, ਜਿਸ ਦੇ ਵਿੱਚ ਸਾਨੂੰ ਅਰਥ ਮਿਲਦੇ ਨੇ ਸ਼ਬਦਾਂ ਦੇ। ਠੀਕ ਹੈ, ਜਾਂ ਆਪਾਂ ਡਿਕਸ਼ਨਰੀ ਕਹਿ ਸਕਦੇ ਹਾਂ। ਅਤੇ ਜਦੋਂ ਅਜਿਹੇ ਸ਼ਬਦ ਜਿਹੜੇ ਕੋਸ਼ਗਤ ਹੁੰਦੇ ਆ ਉਹਨਾਂ ਨੂੰ ਅਸੀਂ ਪੜ੍ਹਦੇ ਹਾਂ ਕਿਸੇ ਵੀ ਕੁਐਸਚਨ ਦੇ ਵਿੱਚ, ਤਾਂ ਉਹਨੂੰ ਆਸਾਨੀ ਨਾਲ ਕਿਵੇਂ ਆਪਾਂ ਪਛਾਣ ਸਕਦੇ ਹਾਂ ਕਿ ਇਹ ਸ਼ਬਦ ਕੋਸ਼ਗਤ ਹੈ ਕਿ ਵਿਆਕਰਨਿਕ ਹੈ? ਤਾਂ ਸਭ ਤੋਂ ਪਹਿਲਾਂ ਤੁਸੀਂ ਉਸ ਦਾ ਧਾਤੂ ਪਛਾਣਨਾ ਹੁੰਦਾ ਹੈ। ਤਾਂ ਕੋਸ਼ਗਤ ਸ਼ਬਦ ਉਸ ਸ਼ਬਦ ਨੂੰ ਕਹਿੰਦੇ ਹਾਂ ਆਪਾਂ ਜਿਹੜਾ ਕਿ ਮੁੱਢਲੀ ਇਕਾਈ ਵਜੋਂ ਡਿਕਸ਼ਨਰੀ ਦੇ ਵਿੱਚ ਲਿਖਿਆ ਜਾਂਦਾ ਹੈ। ਠੀਕ ਹੈ, ਸਿੱਧੇ ਜਿਹੇ ਸ਼ਬਦਾਂ ਦੇ ਵਿੱਚ ਆਪਾਂ ਕਰੀਏ, ਜਿਵੇਂ ਹੁਣ ਪੜ੍ਹ ਸ਼ਬਦ ਦਾ ਅਰਥ ਹੈ, ਪੜ੍ਹ ਦਾ ਸੰਬੰਧ ਕਿਸੇ ਚੀਜ਼ ਦੀ ਰੀਡਿੰਗ ਨਾਲ ਹੈ। ਠੀਕ ਹੈ, ਤਾਂ ਇਸ ਤੋਂ ਹੀ ਅੱਗੇ ਸ਼ਬਦ ਬਣਦੇ ਆ ਪੜ੍ਹਿਆ, ਪੜ੍ਹੀ, ਪੜ੍ਹੇ, ਪੜ੍ਹਦੇ ਹਨ, ਪੜ੍ਹੇ ਹਨ। ਠੀਕ ਹੈ, ਪੜ੍ਹਾਈ। ਦੇਖੋ ਹੁਣ ਇਹ ਸਾਰੇ ਹੀ ਜਿਹੜੇ ਅਲੱਗ-ਅਲੱਗ ਸਾਨੂੰ ਨਾਮ ਮਿਲਦੇ ਨੇ, ਚਾਹੇ ਉਹ ਕਿਰਿਆ ਹੈ, ਠੀਕ ਹੈ, ਚਾਹੇ ਉਹ ਵਿਸ਼ੇਸ਼ਣ ਹੈ, ਚਾਹੇ ਉਹ ਨਾਮ ਹੈ, ਇਹ ਸਾਰੇ ਨੰਬਰ ਅਸਲ ਦੇ ਵਿੱਚ ਕਿੱਥੋਂ ਪੈਦਾ ਹੋਏ ਨੇ? ਕੋਸ਼ਗਤ ਸ਼ਬਦ ਤੋਂ। ਤਾਂ ਇਹਨਾਂ ਦਾ ਅਰਥ ਮੁੱਢਲੇ ਰੂਪ ਦੇ ਵਿੱਚ ਦਰਜ ਹੋਊਗਾ ਜਦੋਂ, ਤਾਂ ਸਿਰਫ ਪੜ੍ਹ ਸ਼ਬਦ ਦੇ ਰੂਪ ਵਿੱਚ ਹੋਊਗਾ। ਠੀਕ ਹੈ, ਉਸ ਤੋਂ ਬਾਅਦ ਪੜ੍ਹਾਈ, ਪੜ੍ਹਿਆ, ਇਹ ਸਾਰੀਆਂ ਚੀਜ਼ਾਂ ਉਸ ਤੋਂ ਬਣਨਗੀਆਂ। ਲੜ, ਲੜਿਆ, ਲੜੀ, ਲੜੇ, ਲੜਾਈ, ਇਹ ਸਾਰੀਆਂ ਚੀਜ਼ਾਂ। ਲਿਖ, ਲਿਖਿਆ, ਲਿਖੀ, ਲਿਖਦੇ ਹਨ, ਲਿਖਦੀਆਂ ਹਨ,
ਲਿਖਾਈ। ਠੀਕ ਹੈ, ਤਾਂ ਇਹ ਸਾਰੇ ਵਿਆਕਰਨਿਕ ਸ਼ਬਦ ਹੋ ਗਏ, ਪਰ ਇਹਨਾਂ ਨੂੰ ਮੁੱਢਲੀ ਇਕਾਈ ਵਜੋਂ ਲਿਖਿਆ ਜਾਂਦਾ ਹੈ ਪੜ੍ਹ, ਲੜ ਤੇ ਲਿਖ। ਠੀਕ ਹੈ ਜੀ, ਤੇ ਇਹਨਾਂ ਦਾ ਅਰਥ ਸਾਨੂੰ ਕਿਸ ਰੂਪ ਵਿੱਚ ਮਿਲੇਗਾ? ਕੋਸ਼ਗਤ ਸ਼ਬਦ ਦੇ ਰੂਪ ਵਿੱਚ ਮਿਲੇਗਾ, ਜਿਸ ਦੇ ਵਿੱਚ ਸਿਰਫ ਮੂਲ ਧਾਤੂ ਨੂੰ ਹੀ ਬਿਆਨਿਆ ਜਾਂਦਾ ਹੈ। ਠੀਕ ਹੈ, ਇਸ ਨਾਲ ਹੀ ਸੰਬੰਧਿਤ ਹੈ ਜੀ ਵਿਆਕਰਨਿਕ ਸ਼ਬਦ। ਵੈਸੇ ਆਪਾਂ ਇਹਨੂੰ ਐਕਸਪਲੇਨ ਕਰ ਹੀ ਦਿੱਤਾ ਪਹਿਲਾਂ ਹੀ। ਗ੍ਰਾਮੈਟਿਕਲੀ ਵਾਕ ਬਣਤਰਾਂ ਵਿੱਚ ਵਿਚਰਨ ਵਾਲੇ ਸ਼ਬਦ ਰੂਪ ਵਿਆਕਰਨਿਕ ਸ਼ਬਦ ਅਖਾਉਂਦੇ ਹਨ। ਜਿਵੇਂ ਪੜ੍ਹਾਈ, ਹੁਣ ਪੜ੍ਹ ਤੋਂ ਕੀ ਬਣਿਆ? ਪੜ੍ਹਾਈ, ਪੜ੍ਹਿਆ, ਪੜ੍ਹੀ। ਲੜ ਤੋਂ ਕੀ ਬਣਿਆ? ਲੜਿਆ, ਲੜਾਈ। ਲਿਖ ਤੋਂ ਕੀ ਬਣਿਆ? ਲਿਖਿਆ, ਲਿਖਾਈ। ਠੀਕ ਹੈ, ਤਾਂ ਇਹ ਸਾਰੇ ਸ਼ਬਦ ਫਿਰ ਵਿਆਕਰਨਿਕ ਸ਼ਬਦ ਨੇ, ਜਿਹੜੇ ਕਿ ਨਾਮ, ਪੜਨਾਮ, ਕਿਰਿਆ ਵਿਸ਼ੇਸ਼ਣ, ਵਿਸ਼ੇਸ਼ਣ ਇਹਨਾਂ ਦੇ ਵਿੱਚ ਆ ਜਾਂਦੇ ਆ। ਓਕੇ, ਹਾਂਜੀ, ਚੌਥਾ ਸਾਡਾ ਜਿਹੜਾ ਪੁਆਇੰਟ ਹੈ ਉਹ ਹੈ ਆਵਿਕਾਰੀ ਸ਼ਬਦ। ਕਿਸੇ ਵੀ ਸਮੇਂ ਕਿਸੇ ਵੀ ਤਰੀਕੇ ਨਾਲ ਕੋਈ ਵੀ ਤਬਦੀਲੀ ਨਹੀਂ ਆਉਂਦੀ। ਹੁਣ ਇਸ ਦਾ ਮਤਲਬ ਕੀ ਆ? ਜਿਹੜੇ ਸ਼ਬਦ ਆਵਿਕਾਰੀ ਆ, ਐੜੇ ਨਾਲ ਸ਼ੁਰੂ ਹੁੰਦੇ ਆ। ਠੀਕ ਹੈ, ਐ ਆ ਵਿਕਾਰੀ, ਇਹ ਚੀਜ਼ ਯਾਦ ਰੱਖਣੀ ਆ। ਇਹਨਾਂ ਦੇ ਵਿੱਚ ਕਦੇ ਵੀ ਕਿਸੇ ਵੀ ਤਰੀਕੇ ਨਾਲ ਕੋਈ ਵੀ ਤਬਦੀਲੀ ਨਹੀਂ ਆਉਂਦੀ। ਠੀਕ ਹੈ, ਇਹ ਪੁਆਇੰਟ ਤੁਸੀਂ ਦਿਮਾਗ ਦੇ ਵਿੱਚ ਰੱਖਣਾ। ਤਾਂ ਇਹਦਾ ਮਤਲਬ ਕੀ ਹੋਇਆ ਫਿਰ? ਕਿ ਇਹ ਸ਼ਬਦ ਕਦੇ ਵੀ ਨਹੀਂ ਬਦਲਦੇ। ਹੁਣ ਇਹ ਸ਼ਬਦ ਹੈ ਕਿਹੜੇ ਕਿਹੜੇ ਆ? ਇਹ ਹੁਣ ਸਾਰੇ ਸ਼ਬਦ ਨਹੀਂ ਮੈਂ ਇੱਥੇ ਲਿਖੇ, ਸਿਰਫ ਕੁਛ ਕੁ ਲਿਖੇ ਨੇ ਤੁਹਾਨੂੰ ਸਮਝਾਉਣ ਦੇ ਲਈ, ਕਿ, ਨੂੰ, ਨੇ, ਪਰ, ਤੋਂ, ਫਿਰ। ਠੀਕ ਹੈ, ਜ਼ਿਆਦਾਤਰ ਸੰਬੰਧਕ, ਯੋਜਕ, ਵਿਸਮਿਕ ਆਉਂਦੇ ਨੇ। ਹੁਣ ਇਹਦੇ ਵਿੱਚ ਵਿਸ਼ੇਸ਼ਣ ਆਪਾਂ ਕਿਉਂ ਨਹੀਂ ਸ਼ਾਮਿਲ ਕੀਤਾ, ਕਿਰਿਆ ਵਿਸ਼ੇਸ਼ਣ ਆਪਾਂ ਕਿਉਂ ਨਹੀਂ ਸ਼ਾਮਿਲ ਕੀਤਾ? ਕਿਉਂਕਿ ਉਹ ਦੋਨੇ ਕਦੇ ਕਦੇ ਬਦਲ ਜਾਂਦੇ ਨੇ। ਠੀਕ ਹੈ, ਪਰ ਜੋ ਯੋਜਕ ਹੈ, ਵਿਸਮਿਕ ਹੈ ਤੇ ਸਾਡੇ ਕੋਲ ਸੰਬੰਧਕ ਹੈ, ਇਹ ਤਿੰਨੇ ਕਦੇ ਵੀ ਨਹੀਂ ਬਦਲਦੇ। ਤਾਂ ਇਹ ਤਿੰਨੇ ਹੀ ਹਮੇਸ਼ਾ ਅਵਿਕਾਰੀ ਰਹਿਣਗੇ। ਠੀਕ ਹੈ, ਪਰ ਬਹੁਤ ਸਾਰੇ ਇਹੋ ਜਿਹੇ ਵਿਸ਼ੇਸ਼ਣ ਵੀ ਹੈ ਜਿਹੜੇ ਬਦਲ ਜਾਂਦੇ ਨੇ, ਤੇ ਕਿਰਿਆ ਵਿਸ਼ੇਸ਼ਣ ਵੀ ਹੈ ਜਿਹੜੇ ਬਦਲ ਜਾਂਦੇ ਨੇ। ਇਸ ਕਰਕੇ ਆਪਾਂ ਉਹਨਾਂ ਨੂੰ ਇਹਦੇ ਵਿੱਚ ਸ਼ਾਮਿਲ ਨਹੀਂ ਕੀਤਾ। ਪਰ ਇਹ ਚੀਜ਼ ਵੀ ਯਾਦ ਰੱਖਣੀ ਹੈ ਕਿ ਸਾਰੇ ਕਿਰਿਆ ਵਿਸ਼ੇਸ਼ਣ ਵੀ ਅਵਿਕਾਰੀ ਨਹੀਂ ਹੁੰਦੇ ਤੇ ਸਾਰੇ ਵਿਕਾਰੀ ਵੀ ਨਹੀਂ ਹੁੰਦੇ। ਠੀਕ ਹੈ, ਅਗਲਾ ਸਾਡਾ ਹੈ ਜੀ ਵਿਕਾਰੀ ਸ਼ਬਦ। ਲਿੰਗ, ਵਚਨ, ਕਰਤਾ, ਅਗੇਤਰ, ਪਛੇਤਰ, ਕਰਮ, ਕਿਰਿਆ, ਪੁਰਖ ਆਦਿ ਦੇ ਪ੍ਰਭਾਵ ਕਾਰਨ ਜਿਨ੍ਹਾਂ ਸ਼ਬਦਾਂ ਦੇ ਵਿੱਚ ਤਬਦੀਲੀ ਆ ਜਾਂਦੀ ਹੈ, ਇਹ ਬਦਲ ਜਾਂਦੇ ਆ। ਠੀਕ ਹੈ, ਉਹਨਾਂ ਨੂੰ ਅਸੀਂ ਕਹਿੰਦੇ ਆ ਵਿਕਾਰੀ। ਅਵਿਕਾਰੀ ਜਿਹਦੇ ਵਿੱਚ ਕੋਈ ਵੀ ਦੋਸ਼ ਪੈਦਾ ਨਾ ਹੋਵੇ, ਤੇ ਵਿਕਾਰੀ ਜਿਸ ਦੇ ਵਿੱਚ ਦੋਸ਼ ਪੈਦਾ ਹੋ ਜਾਵੇ, ਵਿਗਾੜ ਪੈਦਾ ਹੋ ਜਾਵੇ। ਜਿਵੇਂ ਕੁੜੀ, ਸੋਹਣਾ, ਹਾਥੀ। ਠੀਕ ਹੈ, ਹੁਣ ਜਦੋਂ ਤੁਸੀਂ ਅਲੱਗ-ਅਲੱਗ ਇਹਦੇ ਬਣਾਓਗੇ ਨਾ, ਇਹਦੇ ਵਾਕ ਬਣਾਓਗੇ ਜਿਹਦੇ ਵਿੱਚ ਤੁਸੀਂ ਇਹ ਯੂਜ਼ ਕਰੋਗੇ, ਤਾਂ ਇਹ ਬਦਲ ਜਾਣਗੇ। ਠੀਕ ਹੈ, ਕੁੜੀ ਚਾਹ ਪੀਂਦੀ ਹੈ, ਕੁੜੀਆਂ ਚਾਹ ਪੀਂਦੀਆਂ ਹਨ। ਠੀਕ ਹੈ, ਹੁਣ ਚੇਂਜ ਹੋ ਗਿਆ ਨਾ, ਕੁੜੀ ਹੈ ਤਾਂ ਚਾਹ ਪੀਂਦੀ ਹੈ। ਠੀਕ ਹੈ, ਪੀਂਦੀ ਆ ਗਿਆ। ਕੁੜੀਆਂ ਤਾਂ ਕੁੜੀਆਂ ਚਾਹ ਪੀਂਦੀਆਂ ਹਨ। ਠੀਕ ਹੈ, ਤਾਂ ਉਹਦੇ ਕਿਰਿਆ ਵੀ ਬਦਲ ਗਈ ਉਹਦੀ, ਤੇ ਉਹਦਾ ਕਰਮ ਜਿਹੜਾ ਉਹਦੇ ਕਰਮ ਦੇ ਅਕੋਰਡਿੰਗ ਉਹਦੇ 'ਤੇ ਕੋਈ ਪ੍ਰਭਾਵ ਨਹੀਂ ਪਿਆ। ਚਾਹ ਤਾਂ ਉਵੇਂ ਰਹੀ। ਠੀਕ ਹੈ, ਕੁੜੀ ਚਾਹ ਪੀਂਦੀ ਹੈ, ਕੁੜੀਆਂ ਚਾਹ ਪੀਂਦੀਆਂ ਹਨ। ਤਾਂ ਹੁਣ ਚਾਹ ਇੱਥੇ ਕੀ ਆ? ਚਾਹ ਹੈਗਾ ਅਵਿਕਾਰੀ, ਤੇ ਬਾਕੀ ਸਾਰੇ ਜਿੰਨੇ ਵੀ ਸ਼ਬਦ ਸਾਨੂੰ ਇਹਨਾਂ ਵਾਕਾਂ ਦੇ ਵਿੱਚ ਮਿਲੇ ਦੋਨਾਂ ਦੇ ਵਿੱਚ, ਉਹ ਸਾਰੇ ਹੈਗੇ ਨੇ ਵਿਕਾਰੀ, ਜਿਨ੍ਹਾਂ ਦੇ ਵਿੱਚ ਵਿਕਾਰ ਪੈਦਾ ਹੋ ਰਹੇ ਨੇ। ਠੀਕ ਹੈ, ਜਦੋਂ ਤੁਸੀਂ ਇਹਦੀਆਂ ਉਦਾਹਰਨਾਂ ਕਰੋਗੇ ਤਾਂ ਤੁਹਾਨੂੰ ਆਸਾਨੀ ਨਾਲ ਇਹ ਸਾਰੇ ਹੀ ਟੌਪਿਕ ਕਲੀਅਰ ਹੋ ਜਾਣਗੇ। ਠੀਕ ਹੈ, ਕਿਸ ਤਰ੍ਹਾਂ ਕਰਾਂਗੇ ਆਪਾਂ ਉਦਾਹਰਨਾਂ? ਕੁੜੀ ਪਾਣੀ ਪੀਂਦੀ ਹੈ, ਕੁੜੀਆਂ ਪਾਣੀ ਪੀਂਦੀਆਂ ਹਨ। ਹੁਣ ਦੇਖੋ, ਕੁੜੀ, ਕੁੜੀਆਂ, ਪੀਂਦੀ, ਪੀਂਦੀਆਂ, ਹੈ, ਹਨ, ਸਾਰੇ ਚੇਂਜ ਹੋਏ ਆ ਨਾ। ਤਾਂ ਇਹ ਕੀ ਆ? ਇਹ ਵਿਕਾਰੀ ਆ, ਵਾਵੇ ਨਾਲ ਇਹਨਾਂ 'ਚ ਦੋਸ਼ ਪੈਦਾ ਹੋ ਗਿਆ। ਬਟ ਪਾਣੀ, ਪਾਣੀ, ਕੋਈ ਚੇਂਜ ਨਹੀਂ ਆਇਆ, ਤਾਂ ਇੱਥੇ ਇਹ ਸ਼ਬਦ ਅਵਿਕਾਰੀ ਆ। ਠੀਕ ਹੈ, ਇਹਦੇ 'ਤੇ ਕੋਈ ਪ੍ਰਭਾਵ ਨਹੀਂ ਪਿਆ। ਹੁਣ ਤਾਂ ਇੱਥੇ ਤੁਸੀਂ ਲਿਖ ਦਿਓ, ਮੁੰਡਾ ਪਾਣੀ ਪੀਂਦਾ ਹੈ, ਪਾਣੀ ਦਾ ਪਾਣੀ ਹੀ ਰਹੂਗਾ। ਮੁੰਡੇ ਪਾਣੀ ਪੀਂਦੇ ਹਨ, ਫਿਰ ਵੀ ਪਾਣੀ ਦਾ ਪਾਣੀ ਹੀ ਰਹੂਗਾ। ਉਹ ਪਾਣੀ ਪੀਂਦੇ ਹਨ, ਇਹ ਪਾਣੀ ਪੀਂਦੇ ਹਨ, ਪਸ਼ੂ ਪਾਣੀ ਪੀਂਦੇ ਹਨ, ਕੁਛ ਮਰਜ਼ੀ ਚੇਂਜ ਕਰੀ ਜਾਓ। ਠੀਕ ਹੈ, ਤਾਂ ਇੱਥੇ ਪਾਣੀ ਸਾਡੇ ਕੋਲੇ ਅਵਿਕਾਰੀ ਸ਼ਬਦ ਆ। ਠੀਕ ਹੈ ਜੀ, ਇਸ ਤਰ੍ਹਾਂ ਆਪਾਂ ਇਹਨਾਂ ਨੂੰ ਆਸਾਨੀ ਨਾਲ ਚੂਜ਼ ਕਰ ਸਕਦੇ ਹਾਂ। ਜੇਕਰ ਤੁਹਾਨੂੰ ਕੋਈ ਵਾਕ ਦਿੱਤਾ ਹੋਵੇ ਤੇ ਪੁੱਛਿਆ ਗਿਆ ਹੋਵੇ ਕਿ ਵਿਕਾਰੀ ਕਿਹੜਾ ਤੇ ਅਵਿਕਾਰੀ ਕਿਹੜਾ, ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਚੇਂਜ ਕਰਕੇ
ਪਤਾ ਲਗਾ ਸਕਦੇ ਹੋ। ਠੀਕ ਹੈ ਜੀ। ਅੱਗੇ ਸ਼ਬਦਾਂ ਦੀ ਅੰਦਰੂਨੀ ਬਣਤਰ ਦੇ ਆਧਾਰ ਤੇ ਸ਼ਬਦਾਂ ਦੀਆਂ ਕਿਸਮਾਂ ਕਿੰਨੀਆਂ? 2 ਕਿਸਮਾਂ ਨੇ ਜੀ ਸ਼ਬਦਾਂ ਦੀਆਂ, ਮਿਸ਼ਰਿਤ ਸ਼ਬਦ ਤੇ ਸੰਯੁਕਤ ਸ਼ਬਦ। ਮਿਸ਼ਰਿਤ ਸ਼ਬਦਾਂ ਨੂੰ ਅਸੀਂ ਕਹਿੰਦੇ ਹਾਂ ਕੰਪਲੈਕਸ ਵਰਡਸ ਅੰਗਰੇਜ਼ੀ ਦੇ ਵਿੱਚ। ਤਾਂ ਮਿਸ਼ਰਿਤ ਸ਼ਬਦ ਕੀ ਹੁੰਦੇ ਆ, ਸੰਯੁਕਤ ਕੀ ਹੁੰਦੇ ਆ, ਜਿਹਦੇ ਵਿੱਚ ਤੁਹਾਨੂੰ ਮੇਨ ਡਿਫੀਕਲਟੀ ਆ ਰਹੀ ਸੀ। ਤਾਂ ਸਭ ਤੋਂ ਪਹਿਲਾਂ ਕੰਪਲੈਕਸ ਵਰਡਸ ਦੇਖਦੇ ਹਾਂ ਆਪਾਂ। ਮਿਸ਼ਰਤ, ਇਹਦਾ ਨਾਮ ਹੀ ਤੁਸੀਂ ਧਿਆਨ ਨਾਲ ਦੇਖ ਲਓ, ਮਿਸ਼ਰਤ, ਆਪਸ ਦੇ ਵਿੱਚ ਮਿਕਸ ਹੋਏ ਹੋਏ। ਠੀਕ ਹੈ। ਮਿਸ਼ਰਤ ਸ਼ਬਦ ਅਸਲ ਵਿੱਚ 2 ਭਾਵਾਂਸ਼ਾਂ ਨੂੰ ਮਿਲਾ ਕੇ ਬਣਦੇ ਹਨ। 2 ਭਾਵਾਂਸ਼ਾਂ ਨੂੰ ਮਿਲਾ ਕੇ ਬਣਦੇ ਹਨ। ਕਿਹੜੇ ਕਿਹੜੇ ਭਾਵਾਂਸ਼ਾਂ? ਸੁਤੰਤਰ ਭਾਵਾਂਸ਼ ਤੇ ਜੁੜਵੇਂ। ਹੁਣ ਜੁੜਵੇਂ ਨੂੰ ਯੁਕਤ ਵੀ ਕਹਿ ਦਿੰਦੇ ਆ, ਬੰਦੇਜੀ ਵੀ ਕਹਿ ਦਿੰਦੇ ਆ। ਠੀਕ ਹੈ। ਤਾਂ ਹੁਣ ਸੁਤੰਤਰ ਭਾਵਾਂਸ਼ ਵਿੱਚ ਇੱਕ ਧਾਤੂ ਹੁੰਦਾ, ਮੂਲ ਸ਼ਬਦ ਹੁੰਦਾ, ਤੇ ਜੁੜਵੇਂ ਦੇ ਵਿੱਚ ਇੱਕ ਭਾਵਾਂਸ਼ ਹੁੰਦਾ। ਕਿਹੜਾ ਭਾਵਾਂਸ਼ ਹੁੰਦਾ ਉਹ ਆਪਾਂ ਦੇਖਦੇ ਹਾਂ ਨੈਕਸਟ ਉਦਾਹਰਨ ਦੇ ਵਿੱਚ। ਹੁਣ ਇਹਦੀ ਉਦਾਹਰਨ ਧਿਆਨ ਨਾਲ ਪੜ੍ਹ ਲੈਣੀ ਹੈ ਤੁਸੀਂ। ਦੇਖੋ, ਘਰ, ਘਰ ਕੀ ਆ? ਮੂਲ ਸ਼ਬਦ। ਓ, ਓ ਕਿਹੜਾ? ਜੁੜਵਾਂ ਭਾਵਾਂਸ਼। ਇਹਨੂੰ ਜੁੜਵਾਂ ਕਿਉਂ ਕਹਿੰਦਾ? ਕਿਉਂਕਿ ਇਹ ਦੂਜੇ ਸ਼ਬਦ ਦੇ ਨਾਲ, ਮੂਲ ਧਾਤੂ ਦੇ ਨਾਲ ਜੁੜ ਕੇ ਹੀ ਆਪਣੀ ਰਚਨਾ ਕਰ ਸਕਦਾ ਹੈ। ਕੱਲਾ ਇਹ ਕੁਝ ਵੀ ਨਹੀਂ ਕਰ ਸਕਦਾ। ਤਾਂ ਕਰਕੇ ਇਹਨੂੰ ਬੰਦੇਜੀ ਕਹਿ ਦਿੰਦੇ ਆ। ਇਹਨੂੰ ਬੰਧਨ ਦੇ ਵਿੱਚ ਰਹਿਣਾ ਪੈਂਦਾ, ਜੁੜ ਕੇ ਰਹਿਣਾ ਪੈਂਦਾ, ਯੁਕਤ ਹੋ ਕੇ ਰਹਿਣਾ ਪੈਂਦਾ। ਤਾਂ ਕਰਕੇ ਇਹਦੇ ਇਹ 3 ਨਾਮ ਨੇ। ਠੀਕ ਹੈ। ਤਾਂ ਹੁਣ ਸ਼ਬਦ ਕੀ ਬਣ ਗਿਆ? ਘਰੋਂ। ਤਾਂ ਹੁਣ ਘਰੋਂ ਸ਼ਬਦ ਮਿਸ਼ਰਤ ਹੈ। ਠੀਕ ਹੈ। ਤਾਂ ਮਿਸ਼ਰਤ ਸ਼ਬਦ ਕੀ ਹੋ ਗਿਆ? ਘਰ ਤੇ ਓ ਦੋਨਾਂ ਨੂੰ ਮਿਲਾ ਕੇ ਘਰੋਂ। ਅੱਗੇ ਹੱਥ ਕੀ ਹੈ? ਹੱਥ ਹੈ ਮੂਲ ਧਾਤੂ। ਈ ਕੀ ਹੈ? ਈ ਹੈ ਜੁੜਵਾਂ ਭਾਵਾਂਸ਼। ਦੋਨੇ ਮਿਲ ਕੇ ਕੀ ਬਣ ਗਿਆ? ਹੱਥੀਂ। ਤਾਂ ਹੁਣ ਹੱਥੀਂ ਸ਼ਬਦ ਸਾਡੇ ਕੋਲ ਮਿਸ਼ਰਤ ਸ਼ਬਦ ਹੈ। ਅਗਲਾ ਹਿਰਨ। ਹਿਰਨ ਕਿਹੜਾ ਸ਼ਬਦ ਹੈ? ਮੂਲ। ਆ ਕਿਹੜਾ ਸ਼ਬਦ ਹੈ? ਜੁੜਵਾਂ। ਤਾਂ ਹਿਰਨਾ ਸ਼ਬਦ ਕਿਹੜਾ ਬਣ ਗਿਆ? ਹਿਰਨਾ ਬਣ ਗਿਆ ਜੀ ਮਿਸ਼ਰਤ ਸ਼ਬਦ। ਕਲੀਅਰ ਹੋ ਗਿਆ ਤੁਹਾਨੂੰ? ਮਿਸ਼ਰਤ ਸ਼ਬਦ ਤੁਸੀਂ ਕਿਸ ਤਰ੍ਹਾਂ ਫਾਈਂਡ ਕਰਨਾ? ਜੇ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਜੁੜਵਾਂ ਭਾਵਾਂਸ਼ ਲੱਗਿਆ ਹੋਇਆ, ਕੋਈ ਬੰਦੇਜੀ ਭਾਵਾਂਸ਼ ਲੱਗਿਆ ਹੋਇਆ। ਠੀਕ ਹੈ। ਚਲੋ ਅੱਗੇ ਚੱਲਦੇ ਹਾਂ ਸੰਯੁਕਤ ਸ਼ਬਦ ਵੱਲ। ਅੱਗੇ ਹੈ ਜੀ ਸੰਯੁਕਤ ਸ਼ਬਦ। ਸੰਯੁਕਤ ਸ਼ਬਦ ਕਿਸ ਨੂੰ ਕਹਿੰਦੇ ਆ? ਕੰਪਾਊਂਡ ਵਰਡਸ ਨੂੰ। ਕੰਪਾਊਂਡ ਵਰਡਸ ਅੰਗਰੇਜ਼ੀ ਦੇ ਵਿੱਚ। ਸੰਯੁਕਤ ਸ਼ਬਦ ਅਸਲ ਵਿੱਚ 2 ਜਾਂ ਵੱਧ ਸੁਤੰਤਰ ਭਾਵਾਂਸ਼ਾਂ ਨੂੰ ਮਿਲਾ ਕੇ ਬਣਦੇ ਹਨ। ਹੁਣ ਇੱਥੇ ਹੀ ਦਿਮਾਗ ਦੇ ਵਿੱਚ ਫਿੱਟ ਕਰ ਲਓ ਕਿ ਮਿਸ਼ਰਤ ਦੇ ਵਿੱਚ ਇੱਕ ਮਿਕਸਚਰ ਹੁੰਦਾ ਹੈ। ਠੀਕ ਹੈ। ਜਿਸ ਨੂੰ ਅਸੀਂ ਅਲੱਗ-ਅਲੱਗ ਕਰ ਨਹੀਂ ਸਕਦੇ। ਕਰਕੇ ਜੇ ਕਰਾਂਗੇ ਅਲੱਗ ਤਾਂ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਠੀਕ ਹੈ। ਬਟ ਜੋ ਸੰਯੁਕਤ ਸ਼ਬਦ ਹੈ ਉਹਦੇ ਵਿੱਚ ਅਸੀਂ ਦੋਨਾਂ ਨੂੰ ਅਲੱਗ-ਅਲੱਗ ਕਰ ਸਕਦੇ ਹਾਂ। ਠੀਕ ਹੈ। ਉਹ 'ਚ ਤੁਸੀਂ ਯਾਦ ਰੱਖਿਓ ਕਿ ਨੂਣ ਤੇ ਮਿਰਚ ਆ ਜਿਹੜੀ ਉਹਨਾਂ ਨੂੰ ਮਿਕਸ ਕਰ ਲਿਆ, ਮਿਸ਼ਰਤ ਕਰ ਲਏ, ਤਾਂ ਹੁਣ ਉਹਨਾਂ ਨੂੰ ਅਲੱਗ ਕਰਨਾ ਸਾਨੂੰ ਔਖਾ ਹੋ ਜੂ। ਬਟ ਸੰਯੁਕਤ ਦੇ ਵਿੱਚ ਅਸੀਂ ਇਸ ਨੂੰ ਅਲੱਗ ਕਰ ਸਕਦੇ ਹਾਂ। ਠੀਕ ਹੈ। ਤਾਂ ਕਿਸ ਤਰ੍ਹਾਂ? ਇਹਨੂੰ ਵੀ ਤੁਸੀਂ ਯਾਦ ਰੱਖਣਾ, ਸੰਯੁਕਤ ਜੋੜੇ ਹੋਏ, ਕਿਉਂਕਿ ਇਹ ਆਲਰੇਡੀ ਜੋੜੇ ਹੋਏ ਨੇ। ਸੰਯੁਕਤ ਸ਼ਬਦ ਅਸਲ ਵਿੱਚ 2 ਜਾਂ 2 ਤੋਂ ਵੱਧ, ਠੀਕ ਹੈ, ਸੁਤੰਤਰ ਭਾਵਾਂਸ਼ਾਂ ਨੂੰ ਮਿਲਾ ਕੇ ਬਣਦੇ ਆ। ਹੁਣ ਉਹਦੇ ਵਿੱਚ ਅਸੀਂ ਕਰਿਆ ਸੀ ਸੁਤੰਤਰ ਭਾਵਾਂਸ਼, ਇਹਦੇ ਵਿੱਚ ਵੀ ਸੁਤੰਤਰ ਭਾਵਾਂਸ਼। ਉਹਦੇ ਵਿੱਚ ਅਸੀਂ ਕਰਿਆ ਸੀ ਸੁਤੰਤਰ ਦੇ ਨਾਲ ਬੰਦੇਜੀ, ਪਰ ਇਹਦੇ ਵਿੱਚ ਅਸੀਂ ਕੀ ਕਰ ਰਹੇ ਹਾਂ? ਸੁਤੰਤਰ ਦੇ ਨਾਲ ਸੁਤੰਤਰ। ਬਸ ਆਹੀ ਮੇਨ ਫਰਕ ਆ। ਆਈ ਰਿਪੀਟ, ਮਿਸ਼ਰਤ ਸ਼ਬਦ ਦੇ ਵਿੱਚ ਸੁਤੰਤਰ ਦੇ ਨਾਲ ਬੰਦੇਜੀ ਜੁੜਦਾ ਹੈ, ਜਿਸ ਨੂੰ ਅਲੱਗ ਕਰਨ 'ਤੇ ਉਹਦੀ ਕੋਈ ਹੋਂਦ ਹੀ ਨਹੀਂ ਰਹਿੰਦੀ। ਪਰ ਸੰਯੁਕਤ ਦੇ ਵਿੱਚ ਸੁਤੰਤਰ ਦੇ ਨਾਲ ਸੁਤੰਤਰ ਜੁੜਦਾ ਹੈ। ਜੇ ਤੁਸੀਂ ਉਸ ਨੂੰ ਅਲੱਗ ਵੀ ਕਰ ਦੋਗੇ ਤਾਂ ਵੀ ਉਸ ਦੀ ਆਪਣੀ ਹੋਂਦ ਹੋਏਗੀ। ਕਲੀਅਰ? ਚਲੋ ਉਦਾਹਰਨ ਕਰ ਲਓ। ਰਾਜ ਇਹ ਕੀ ਆ? ਸੁਤੰਤਰ ਭਾਵਾਂਸ਼। ਸਭਾ ਇਹ ਕੀ ਹੈ? ਸੁਤੰਤਰ ਭਾਵਾਂਸ਼। ਤਾਂ ਕੀ ਬਣ ਗਿਆ? ਰਾਜ ਸਭਾ, ਰਾਜ්य ਸਭਾ। ਠੀਕ ਹੈ। ਅੱਗੇ ਘੋੜ ਅਲੱਗ ਮੂਲ ਧਾਤੂ ਹੈ, ਦੌੜ ਅਲੱਗ ਮੂਲ ਧਾਤੂ ਹੈ। ਦੋਨਾਂ ਨੂੰ ਮਿਲਾ ਕੇ ਕੀ ਬਣ ਗਿਆ?
ਘੋੜ ਦੌੜ। ਠੀਕ ਹੈ, ਤਾਂ ਇਹ ਸਾਡੇ ਨੇ ਸੰਯੁਕਤ ਸ਼ਬਦ ਜਿਸ ਨੂੰ ਅਸੀਂ ਅਲੱਗ-ਅਲੱਗ ਕਰਕੇ ਵੀ ਉਹਨਾਂ ਦੇ ਅਰਥ ਕੱਢ ਸਕਦੇ ਹਾਂ। ਸੰਯੁਕਤ ਸ਼ਬਦਾਂ ਨੂੰ ਸਮਾਸੀ ਰੂਪ ਵਿੱਚ ਜੋੜਿਆ ਜਾਂਦਾ। ਹੁਣ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਆਪਾਂ ਡੈਸ਼ ਵਾਲੇ ਸ਼ਬਦ ਹੁੰਦੇ ਆ ਉਹਨਾਂ ਨੂੰ ਆਪਾਂ ਸਮਾਸੀ ਸ਼ਬਦ ਕਹਿੰਦੇ ਆ। ਰਾਜ ਸਭਾ, ਘੋੜ ਦੌੜ, ਇਹ ਸਮਾਸੀ ਸ਼ਬਦ ਨੇ ਸਾਡੇ। ਠੀਕ ਹੈ, ਤਾਂ ਹੁਣ ਇਹ ਤੋਂ ਤੁਸੀਂ ਕੀ ਸਿੱਖਿਆ ਕਿ ਸਮਾਸੀ ਸ਼ਬਦ ਵੀ ਅਸਲ ਦੇ ਵਿੱਚ ਕੀ ਨੇ? ਹਾਂਜੀ ਬੋਲੋ। ਗੁੱਡ। ਸਮਾਸੀ ਸ਼ਬਦ ਵੀ ਸੰਯੁਕਤ ਸ਼ਬਦ ਹੀ ਨੇ। ਅੱਗੇ ਚੱਲੀਏ। ਦੋਹਰੁਕਤੀ ਦੁਆਰਾ ਉਤਪੰਨ ਸ਼ਬਦ ਵੀ ਸੰਯੁਕਤ ਸ਼ਬਦ ਨੇ। ਹੁਣ ਆਹ ਚੀਜ਼ ਵੀ ਦਿਮਾਗ ਦੇ ਵਿੱਚ ਰੱਖਿਓ ਕਿ ਆਹ ਤਾਂ ਸਮਾਸੀ ਰੂਪ ਵਾਲੇ ਹੋ ਗਏ। ਹੁਣ ਜਿਹੜੇ ਇਹੋ ਜਿਹੇ ਨੇ ਸਵੇਰੇ ਸਵੇਰੇ, ਭਾਂਤ ਭਾਂਤ, ਰੰਗ ਬਿਰੰਗੇ, ਠੀਕ ਹੈ, ਤਾਂ ਇਹ ਵੀ ਸੰਯੁਕਤ ਸ਼ਬਦਾਂ ਦੇ ਅਧੀਨ ਹੀ ਆਉਂਦੇ ਨੇ। ਦੋਹਰੁਕਤੀ ਵਾਲੇ ਜਿਹੜੇ ਦੁਬਾਰਾ ਦੁਬਾਰਾ ਦੁਹਰਾਈ ਜਾਂਦੇ ਆ। ਅੱਗੇ ਜੀ, ਹੁਣ ਆਹ ਸ਼ਬਦ ਜਿਹੜੇ ਤੁਹਾਨੂੰ ਮੈਂ ਪੁੱਛੇ ਸੀ ਮੌਕ ਟੈਸਟ ਦੇ ਵਿੱਚ, ਬਿਆਸ, ਸਤਲੁਜ, ਬਿਸਤ, ਭਾਰਤ, ਯੂਰਪੀ, ਭਾਰੋਪੀ, ਭਾਰਤੀ ਜਨਤਾ ਪਾਰਟੀ, ਭਾਜਪਾ, ਭਾਰਤੀ ਕਮਿਊਨਿਸਟ ਪਾਰਟੀ, ਭਾਕਪਾ। ਠੀਕ ਹੈ, ਤਾਂ ਇਹ ਸਾਰੇ ਸ਼ਬਦ ਵੀ ਕਿਸ ਦੇ ਅਧੀਨ ਆਉਂਦੇ ਆ ਜੀ? ਸੰਯੁਕਤ ਸ਼ਬਦਾਂ ਦੇ ਅਧੀਨ ਹੀ ਆਉਂਦੇ ਆ। ਓਕੇ, ਚਲੋ ਅੱਗੇ ਜਿਹੜੀ ਮੇਨ ਚੀਜ਼ ਸਮਝਣ ਵਾਲੀ ਆ, ਦਿਮਾਗ 'ਚ ਰੱਖਣ ਵਾਲੀ ਆ, ਰੂਪ ਦੇ ਆਧਾਰ 'ਤੇ। ਠੀਕ ਹੈ, ਹੁਣ ਕਨਫਿਊਜ਼ਨ ਇਹ ਹੋ ਜਾਂਦੀ ਹੈ ਕਿ ਅਸੀਂ ਐਂ ਕਿਵੇਂ ਯਾਦ ਰੱਖੀਏ ਵੀ ਵਿਕਾਰੀ ਅਤੇ ਅਵਿਕਾਰੀ ਨੂੰ ਰੂਪ ਕਹਿੰਦੇ ਆ, 8 ਸ਼੍ਰੇਣੀਆਂ ਨੂੰ ਕਾਰਜ ਕਹਿੰਦੇ ਆ, ਮਿਸ਼ਰਤ ਅਤੇ ਸੰਯੁਕਤ ਨੂੰ ਰਚਨਾ ਕਹਿੰਦੇ ਆ, ਬੰਤਰ ਕਹਿੰਦੇ ਆ, ਉਤਪੱਤੀ ਵਾਲੇ ਨੂੰ ਕਿਵੇਂ ਯਾਦ ਰਹਿਣ ਇਹ। ਠੀਕ ਹੈ, ਮੇਨ ਪ੍ਰੋਬਲਮ ਸਾਡੀ ਇੱਥੇ ਖੜ ਜਾਂਦੀ ਆ। ਤਾਂ ਸਭ ਤੋਂ ਪਹਿਲਾਂ ਵਿਕਾਰੀ ਅਤੇ ਅਵਿਕਾਰੀ, ਇਹ ਦੋਨੇ ਕਿਸਮਾਂ ਕਿਹੜੇ ਆਧਾਰ 'ਤੇ ਆ? ਇਹ ਰੂਪ ਦੇ ਆਧਾਰ 'ਤੇ ਆ। ਹੁਣ ਰੂਪ ਕਿਹਨੂੰ ਕਹਿੰਦੇ ਆ ਤੁਹਾਨੂੰ ਪਤਾ? ਰੂਪ, ਰੰਗ ਰੂਪ ਕਹਿੰਦੇ ਆ ਨਾ ਆਪਾਂ ਨੂੰ, ਕਿ ਦੇਖਣ 'ਤੇ ਕੋਈ ਚੀਜ਼ ਕਿਹੋ ਜਿਹੀ ਲੱਗਦੀ ਹੈ ਤੁਹਾਨੂੰ। ਠੀਕ ਹੈ, ਹੁਣ ਆਪਾਂ ਪੜ੍ਹਿਆ ਰਾਮ, ਠੀਕ ਹੈ, ਨੇ ਚਾਹ ਪੀਤੀ। ਠੀਕ ਹੈ, ਰਾਮ ਨੇ ਚਾਹ ਪੀਤੀ। ਹੁਣ ਇਹਦੇ ਵਿੱਚ ਤੁਸੀਂ ਇਹ ਜਿੰਨਾ ਮਰਜ਼ੀ ਚੇਂਜ ਕਰ ਲਓ। ਕੁੜੀ ਨੇ ਚਾਹ ਪੀਤੀ, ਸੀਤਾ ਨੇ ਚਾਹ ਪੀਤੀ, ਕੁੜੀਆਂ ਨੇ ਚਾਹ ਪੀਤੀ, ਕੋਈ ਚੇਂਜ ਨਹੀਂ ਆ ਰਿਹਾ ਮਗਰਲਿਆਂ 'ਤੇ, ਸੇਮ ਹੀ ਆ। ਮੂਰਲਾ ਤੁਸੀਂ ਇਕੱਲਾ ਬਦਲੀ ਜਾ ਰਹੇ ਹੋ। ਤਾਂ ਇਹਦਾ ਮਤਲਬ ਕੀ ਹੈ ਕਿ ਆਹ ਸਾਰੇ ਅਵਿਕਾਰੀ ਸ਼ਬਦ ਆ। ਇਹਨਾਂ ਦਾ ਰੂਪ ਦੇਖ ਕੇ ਹੀ ਤੁਹਾਨੂੰ ਪਤਾ ਲੱਗ ਗਿਆ। ਕਲੀਅਰ? ਤਾਂ ਰੂਪ ਦਾ ਮਤਲਬ ਕੀ ਆ ਕਿ ਸ਼ਬਦ ਨੂੰ ਦੇਖਣ 'ਤੇ ਤੁਹਾਨੂੰ ਕਿਸ ਤਰ੍ਹਾਂ ਦੇ ਸ਼ਬਦ ਲੱਗਦੇ ਆ। ਇਹ ਚੀਜ਼ ਤੁਸੀਂ ਦਿਮਾਗ ਦੇ ਵਿੱਚ ਰੱਖਣੀ ਹੈ ਕਿ ਪੰਜਾਬੀ ਭਾਸ਼ਾ ਦੀ ਜਿੰਨੀ ਵੀ ਸ਼ਬਦਾਵਲੀ ਆ, ਜਿੰਨੇ ਵੀ ਸ਼ਬਦ ਨੇ, ਉਹਨਾਂ ਨੂੰ ਅਸੀਂ 2 ਹਿੱਸਿਆਂ 'ਚ ਵੰਡ ਸਕਦੇ ਹਾਂ, ਵਿਕਾਰੀ ਅਤੇ ਅਵਿਕਾਰੀ। ਅਤੇ ਇਹਨੂੰ ਰੂਪ ਦੇ ਆਧਾਰ 'ਤੇ ਕਿਉਂ ਕਿਹਾ ਜਾਂਦਾ? ਕਿਉਂਕਿ ਸਭ ਤੋਂ ਪਹਿਲਾਂ ਅਸੀਂ ਸ਼ਬਦ ਦਾ ਰੂਪ ਦੇਖਣਾ ਹੁੰਦਾ ਕਿ ਅਸਲ ਦੇ ਵਿੱਚ ਹੈ ਕੀ ਹੈ ਇਹ। ਠੀਕ ਹੈ, ਕੁੜੀ ਚਾਹ ਪੀਂਦੀ ਹੈ, ਮੁੰਡਾ ਚਾਹ ਪੀਂਦਾ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੀ ਦੇਖਣਾ ਪਿਆ? ਸ਼ਬਦ ਦਾ ਰੂਪ। ਠੀਕ ਹੈ, ਤਾਂ ਰੂਪ ਦੇ ਆਧਾਰ 'ਤੇ ਸਿਰਫ ਇਹ 2 ਤਰ੍ਹਾਂ ਦੇ ਹੁੰਦੇ ਨੇ, ਵਿਕਾਰੀ ਅਤੇ ਅਵਿਕਾਰੀ। ਅੱਗੇ ਕਾਰਜ ਦੇ ਆਧਾਰ 'ਤੇ। ਹੁਣ ਕੰਮ ਦੇ ਆਧਾਰ 'ਤੇ 8 ਤਰ੍ਹਾਂ ਦੇ ਨੇ। ਕਿਹੜੇ ਆ ਤੁਹਾਨੂੰ ਚੰਗੀ ਤਰ੍ਹਾਂ ਪਤਾ, ਬਹੁਤ ਵਾਰੀ ਇਹ ਕੁਐਸਚਨ ਆਪਾਂ ਕਰ ਲਿਆ। ਨਾਮ ਪੜਨਾਮ ਵਰਗੇ ਸਾਰਾ ਕੁਛ ਇਹਦੇ 'ਚ ਆ ਜਾਣਾ। ਠੀਕ ਹੈ, ਵਾਧੂ ਟਾਈਮ ਨਹੀਂ ਖਰਾਬ ਕਰਨਾ ਉਹ 'ਤੇ। ਇਹਨਾਂ ਨੂੰ ਕਾਰਜ ਦੇ ਆਧਾਰ 'ਤੇ ਕਿਉਂ ਕਿਹਾ ਜਾਂਦਾ ਹੈ? ਕਿ ਸ਼ਬਦ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ। ਉਹ ਇੱਕ ਨਾਮ ਵਜੋਂ ਕੰਮ ਕਰ ਰਿਹਾ, ਠੀਕ ਹੈ, ਪੜਨਾਮ ਵਜੋਂ ਕੰਮ ਕਰ ਰਿਹਾ, ਵਰਬ ਵਜੋਂ ਕਰ ਰਿਹਾ, ਕਿਰਿਆ ਵਜੋਂ ਕਰ ਰਿਹਾ, ਜਾਂ ਫਿਰ ਐਡਜੈਕਟਿਵ ਵਿਸ਼ੇਸ਼ਣ ਵਜੋਂ ਕਰ ਰਿਹਾ। ਵਾਕ ਦੇ ਵਿੱਚ ਕਿਸੇ ਸ਼ਬਦ ਦਾ ਕੰਮ ਹੈ ਕੀ, ਤਾਂ ਕਰਕੇ ਇਸ ਨੂੰ ਕਿਹਾ ਜਾਂਦਾ ਹੈ ਕਾਰਜ ਦੇ ਆਧਾਰ 'ਤੇ 8 ਤਰ੍ਹਾਂ ਦਾ। 8 ਤਰ੍ਹਾਂ ਦਾ ਕੰਮ ਕਰਦਾ ਹੈ ਸ਼ਬਦ। ਕਲੀਅਰ? ਅੱਗੇ ਜੀ, ਬਣਤਰ ਜਾਂ ਰਚਨਾ ਦੇ ਆਧਾਰ 'ਤੇ। ਹੁਣ ਇਹਨੂੰ ਬਣਤਰ ਜਾਂ ਰਚਨਾ ਕਿਉਂ ਕਹਿੰਦੇ ਆ? ਬਣਤਰ ਕੀ ਹੁੰਦਾ? ਕਿਸੇ ਚੀਜ਼ ਦਾ ਸਟਰਕਚਰ, ਕੋਈ ਚੀਜ਼ ਕਿਵੇਂ ਬਣਦੀ ਹੈ, ਕਿਸੇ ਚੀਜ਼ ਦੀ ਰਚਨਾ ਕਿਵੇਂ ਹੁੰਦੀ ਹੈ। ਹੁਣ ਮਿਸ਼ਰਤ ਅਤੇ ਸੰਯੁਕਤ ਸ਼ਬਦਾਂ ਦੇ ਵਿੱਚ ਤੁਸੀਂ ਆਲਰੇਡੀ ਦੇਖ ਚੁੱਕੇ ਹੋ। ਮਿਸ਼ਰਤ ਵਿੱਚ ਕੀ ਹੁੰਦਾ? 2 ਚੀਜ਼ਾਂ ਨੂੰ ਜੋੜ ਕੇ ਬਣਾਇਆ ਹੋਇਆ ਸ਼ਬਦ। ਸੰਯੁਕਤ ਦੇ ਵਿੱਚ ਵੀ 2 ਚੀਜ਼ਾਂ ਨੂੰ ਜੋੜ ਕੇ ਬਣਾਇਆ, 2 ਜਾਂ 2 ਤੋਂ ਵੱਧ। ਠੀਕ ਹੈ, ਤਾਂ
ਇਹਨੂੰ ਅਸੀਂ ਬਣਤਰ ਦੇ ਆਧਾਰ ਤੇ ਕਿਉਂ ਕਹਿੰਦੇ ਆ, ਕਿਉਂਕਿ ਇਹਦੇ ਵਿੱਚ ਇੱਕ ਚੀਜ਼ ਨੂੰ ਦੂਜੀ ਚੀਜ਼ ਨਾਲ ਮਿਲਾ ਕੇ ਕੋਈ ਨਵੀਂ ਚੀਜ਼ ਬਣਾਈ ਜਾਂਦੀ ਹੈ, ਠੀਕ ਹੈ, ਸਟਰਕਚਰ ਕ੍ਰੀਏਟ ਕੀਤਾ ਜਾਂਦਾ, ਤਾਂ ਕਰਕੇ ਇਸ ਨੂੰ ਕਹਿੰਦੇ ਆ ਬਣਤਰ ਦੇ ਆਧਾਰ ਤੇ ਦੋ ਤਰ੍ਹਾਂ ਦੇ ਮਿਸ਼ਰਤ ਤੇ ਸੰਯੁਕਤ। ਓਕੇ, ਨੈਕਸਟ ਹੈ ਉਤਪਤੀ ਅਨੁਸਾਰ। ਇਹ ਭਾਵੇਂ ਆਪਾਂ ਡਿਸਕਸ ਨਹੀਂ ਕੀਤਾ, ਕਿਉਂ ਨਹੀਂ ਕੀਤਾ ਇਹ ਵੀ ਦੱਸ ਦਿੰਦੀ ਹਾਂ, ਕਿਉਂਕਿ ਇਹਦੇ ਵਿੱਚ ਕੁਝ ਕੱਢਣ ਪਾਉਣ ਨੂੰ ਹੈ ਨਹੀਂਗਾ, ਠੀਕ ਹੈ। ਸਤੰਤਰ ਕਿਹਨੂੰ ਕਹਿੰਦੇ ਆ ਆਪਾਂ? ਮੂਲ ਧਾਤੂ ਨੂੰ। ਮੂਲ ਧਾਤੂ ਕੀ ਹੁੰਦਾ? ਜਿਸ ਨੂੰ ਅਗਾਂਹ ਅਸੀਂ ਨਹੀਂ ਨਿਖੇੜ ਸਕਦੇ, ਜਿਵੇਂ ਸਾਡੇ ਕੋਲ ਵਰਡ ਹੈ ਪੜ੍ਹ, ਠੀਕ ਹੈ। ਹੁਣ ਇਹਨੂੰ ਜੇ ਤੁਸੀਂ ਪੱਪਾ ਅੱਡ ਕਰ ਦੋਗੇ, ਇਹਦਾ ਡਾੜਾ ਅੱਡ ਕਰ ਦੋਗੇ, ਕੋਈ ਮੀਨਿੰਗ ਨਹੀਂ ਨਿਕਲਣਾ, ਧੁਨੀਆਂ ਰਹਿ ਜਾਣਗੀਆਂ ਇਕੱਲੀਆਂ, ਨਹੀਂ ਨਿਕਲਣਾ ਨਾ, ਠੀਕ ਹੈ। ਤੋੜ ਕੇ ਇਹਦਾ ਕੋਈ ਵੀ ਅਰਥ ਨਹੀਂ ਨਿਕਲਣਾ। ਤਾਂ ਪੜ੍ਹ ਕੀ ਹੈ ਫਿਰ? ਸਤੰਤਰ ਹੈ, ਠੀਕ ਹੈ ਜੀ। ਤਾਂ ਜੇ ਇਹ ਤੋਂ ਤੁਸੀਂ ਕਰ ਦੋਗੇ, ਇਹਦੇ ਨਾਲ ਹੋੜਾ ਲਾ ਦੋਗੇ, ਪੜ੍ਹੋ ਬਣ ਜੂ, ਠੀਕ ਹੈ। ਕੰਨਾਂ ਲਾ ਕੇ ਬਿਹਾਰੀ ਲਾ ਦੋਗੇ ਈੜੀ ਨੂੰ, ਪੜ੍ਹਾਈ ਬਣ ਜੂ। ਅਲੱਗ-ਅਲੱਗ ਸ਼ਬਦ ਬਣ ਜਾਣਗੇ ਤਾਂ ਉਹ ਯੌਗਿਕ ਬਣ ਜਾਣਗੇ, ਠੀਕ ਹੈ। ਤਾਂ ਉਤਪਤੀ ਦੇ ਅਨੁਸਾਰ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਹਾਂ, ਸਤੰਤਰ ਤੇ ਯੌਗਿਕ। ਉਤਪਤੀ ਮਤਲਬ ਪੈਦਾ ਕਿਵੇਂ ਹੁੰਦੇ ਨੇ ਸ਼ਬਦ? ਇੱਕ ਤਾਂ ਆਪਦੇ ਆਪ ਪੈਦਾ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸਤੰਤਰ, ਤੇ ਦੂਸਰਿਆਂ ਨੂੰ ਅਸੀਂ ਬਣਾ ਦਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਯੌਗਿਕ। ਕਲੀਅਰ? ਤਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਸੀ ਉਹਦੇ ਵਿੱਚ ਇੰਨਾ ਹੀ ਬਹੁਤ ਆ, ਠੀਕ ਹੈ। ਇਹਦੀ ਹੀ ਤੁਸੀਂ ਪ੍ਰੈਕਟਿਸ ਕਰਨੀ ਆ, ਤਾਂ ਇਹਦੇ ਨਾਲ ਰਿਲੇਟਡ ਆਪਾਂ ਅਲੱਗ ਦਾ ਇੱਕ ਮੌਕ ਟੈਸਟ ਵੀ ਕਰਾਂਗੇ, ਜਿਸ ਦੇ ਵਿੱਚ ਤੁਹਾਨੂੰ ਸਿਰਫ ਇਹਨਾਂ ਦੀ ਹੀ ਪ੍ਰੈਕਟਿਸ ਕਰਵਾਈ ਜਾਊਗੀ, ਠੀਕ ਹੈ ਜੀ। ਆਸ ਹੈ ਕਿ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਗਏ ਹੋਣਗੇ। ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਮੈਂ ਸਾਰਾ ਕੁਝ ਸਮਝਾ ਦਾਂ, ਬਟ ਜੇ ਫਿਰ ਵੀ ਕੋਈ ਕਸਰ ਰਹਿ ਗਈ ਹੋਵੇ ਤਾਂ ਮਾफ़ ਕਰਿਓ ਜੀ, ਠੀਕ ਹੈ। ਤੇ ਕਰਦੇ ਰਹੋ ਪੰਜਾਬੀ ਦੀ ਤਿਆਰੀ, ਤੇ ਦੇਖਦੇ ਰਹੋ ਤੁਹਾਡਾ ਆਪਣਾ ਐਕਸਪੀਰੀਅੰਸ ਸਟੱਡੀ ਚੈਨਲ। ਤੇ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਥਿਊਰੀ ਲੈਕਚਰ, ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਤੇ ਜੇਕਰ ਪਸੰਦ ਆਇਆ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ ਜੀ।